अस्सलाम वालेकुम जी, सब दवाम वेलकम मेरे चैनल ਤੇ ਮੈਨੂੰ ਕਈ ਲੋਕਾਂ ਨੇ ਕਮੈਂਟਸ 'ਚ ਬਾਰ-ਬਾਰ ਰਿਕੁਐਸਟ ਕੀਤੀ ਸੀ ਕਿ ਅਗਰ ਕਿਸੇ ਨੂੰ ਕੋਈ ਸਪੇਨ ਦੇ ਵਿੱਚ ਕੋਈ ਬਿਮਾਰੀ ਲੱਗੀ ਹੈ ਔਰ ਉਸ ਬਿਮਾਰੀ ਦੀ ਬੇਸ ਤੇ ਉਹ ਸਪੇਨ ਦੇ ਵਿੱਚ ਰੈਗੂਲਰ ਹੋਣਾ ਚਾਹੁੰਦਾ ਹੈ ਜਾਂ ਪੇਪਰ ਲੈਣਾ ਚਾਹੁੰਦਾ ਹੈ ਤਾਂ ਉਸਦਾ ਕੀ ਤਰੀਕਾਕਾਰ ਹੈ, ਕਿਹੜੀ ਬਿਮਾਰੀ ਦੀ ਬੁਨਿਆਦ ਉੱਤੇ ਉਸ ਨੂੰ ਪੇਪਰ ਲੱਭ ਸਕਦੇ ਨੇ, ਉਸਦਾ ਕੀ ਤਰੀਕਾਕਾਰ ਹੈ। ਇਹਦੇ ਤੇ ਥੋੜੀ ਜਿਹੀ ਡਿਟੇਲ ਵੀਡੀਓ ਬਣਾਓ ਤਾਂ ਕਿ ਸਭ ਨੂੰ ਸਮਝ ਆ ਜਾਏ। ਤੇ ਉਹ ਨਾਰਮਲੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਬਿਜ਼ੀ ਲਾਈਫ ਹੈ, ਟਾਈਮ ਕੱਢਣਾ ਹਰ ਚੀਜ਼ ਵਾਸਤੇ ਥੋੜਾ ਮੁਸ਼ਕਲ ਹੁੰਦਾ ਹੈ, ਲੇਕਿਨ ਮੈਂ ਥੋੜੀ ਅੱਜ ਟਾਈਮ ਕੱਢ ਕੇ ਮੈਂ ਸੋਚਿਆ ਕਿ ਥੋੜੀ डिटेल वीडियो बना दी जाए ताकि ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਸਮਝ ਆ ਜਾਏ ਔਰ ਉਸ ਤੋਂ ਬਾਅਦ ਉਹ ਆਪਣਾ ਡਾਇਰੈਕਸ਼ਨ ਸਿੱਧੀ ਕਰ ਸਕਦੇ ਨੇ। ਪਹਿਲੇ ਨੰਬਰ ਤੇ ਇਸ ਚੀਜ਼ ਨੂੰ ਕਹਿੰਦੇ ਨੇ ਆਟੋਰਾਈਜ਼ੇਸ਼ਨ ਦੇ ਰੈਸੀਡੈਂਸੀਆ ਇਨ ਇਸਪਾਨੀਆ por razones humanitarias। ਠੀਕ ਹੈ ਜੀ, ਇਨਸਾਨੀਅਤ ਦੀ ਬੁਨਿਆਦ ਉੱਤੇ ਇਹ ਪੇਪਰ ਲੱਭਦੇ ਨੇ ਜਿਨ੍ਹਾਂ ਨੂੰ ਤੁਸੀਂ ਬੁਨਿਆਦੀ ਬਿਮਾਰੀ ਦੀ ਬੇਸ ਤੇ ਕਹਿੰਦੇ ਹੋ। ਠੀਕ ਹੋ ਗਿਆ ਜੀ। ਪਹਿਲੀ ਤਾਂ ਚੀਜ਼ ਹੈ ਕਿ ਕਿਹੜੇ ਲੋਕ ਹੈ ਅਪਲਾਈ ਕਰ ਸਕਦੇ ਨੇ, ਕਿਹੜੀ ਮੇਨ ਰਿਕੁਆਇਰਮੈਂਟ ਹੈ ਉਹ ਬੇਸ ਤੇ ਅਪਲਾਈ ਹੋ ਸਕਦੀ। ਇੱਕ ਹੈ ਤੁਸੀਂ ਯੂਰਪੀ ਯੂਨੀਅਨ ਦੇ ਕਿਸੇ ਵੀ ਮੈਂਬਰ ਕੰਟਰੀ ਦਾ ਸ਼ਹਿਰੀ ਨਾ ਹੋਵੋ ਹੈ। ਠੀਕ ਹੈ ਜੀ। ਤੁਹਾਡੇ ਜਿਹੜਾ ਕਰੈਕਟਰ ਸਰਟੀਫਿਕੇਟ ਹੈ ਉਹ ਪਾਕ ਹੋਣਾ ਚਾਹੀਦਾ ਸਪੇਨ ਵਿੱਚੋਂ ਵੀ, ਔਰ ਤੁਹਾਡੇ ਉਹ ਜਿਹੜਾ ਤੁਹਾਡਾ ਓਰੀਜਨਲ ਮੁਲਕ ਹੈ ਉੱਥੋਂ ਵੀ ਹੈ, ਯਾਨੀ ਕਿ ਤੁਹਾਡੇ ਤੇ ਕੋਈ ਕ੍ਰਿਮੀਨਲ ਕੇਸ ਨਹੀਂ ਹੋਣਾ ਚਾਹੀਦਾ ਹੈ। ਸਪੇਨ ਦੇ ਵਿੱਚ ਤੁਹਾਡਾ ਐਂਟਰੀ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਹੈ, ਯਾਨੀ ਕਿ ਤੁਹਾਡਾ ਕੋਈ ਡਿਪੋਰਟ ਨਾ ਲੱਗੇ ਆਵੇ ਜਿਹਦੀ ਵਜ੍ਹਾ ਤੋਂ ਤੁਸੀਂ ਦੁਬਾਰਾ ਉਸ ਮੁਲਕ 'ਚ ਆ ਨਾ ਸਕਦੇ ਹੋ। ਮਿਸਾਲ ਤੌਰ 'ਤੇ ਕਿਸੇ ਦਾ 5 ਸਾਲ ਦਾ ਡਿਪੋਰਟ ਲੱਗਿਆ ਤਾਂ ਇੱਕ ਸਾਲ ਬਾਅਦ ਦੁਬਾਰਾ ਕਿਸੇ ਤਰੀਕੇ ਆ ਗਿਆ ਤਾਂ ਉਹ ਨਹੀਂ ਅਪਲਾਈ ਕਰ ਸਕਦਾ। ਠੀਕ ਹੈ। ਜਾਂ ਸਪੇਨ ਦੇ ਵਿੱਚ ਉਹਦਾ ਕੋਈ ਚੱਕਰ ਇਹੋ ਜਿਹਾ ਚੱਲ ਰਿਹਾ ਕਿ ਉਹਨਾਂ ਨੇ ਫਿਕਸ ਕੀਤਾ ਕਿ ਇਹਨੂੰ ਇਹਦੇ ਮੁਲਕ ਹੀ ਤੋੜਨਾ ਤੇ ਉਸ ਦੀ ਬੇਸ ਤੇ ਫਿਰ ਉਹ ਲੋਕ ਇਹ ਪੇਪਰ ਅਪਲਾਈ ਨਹੀਂ ਕਰ ਸਕਦੇ ਹਨ। ਪੰਜਵੀਂ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਹੁਣ ਬਿਮਾਰੀ ਦੀ ਕੀ ਰਿਕੁਆਇਰਮੈਂਟ ਹੁੰਦੀ, ਇਹਦੇ 'ਚ ਕੋਈ ਨਹੀਂ ਪਦਰੋਨ ਵਗੈਰਾ ਕਿ ਇੰਨੇ ਸਾਲ ਚੱਲੀ ਜਾਵੇ ਤਾਂ ਕੋਈ ਚੱਕਰ ਨਹੀਂ ਹੈ। ਹੁਣ ਬਿਮਾਰੀ ਦੀ ਬੇਸ ਤੇ ਕੀ ਬਿਮਾਰੀ ਦੀ ਕਰੈਕਟਰਿਸਟਿਕ ਹੋਣੀ ਚਾਹੀਦੀਆਂ ਨੇ, ਬਿਮਾਰੀ ਦੀ ਕੀ ਤਫਸੀਲ ਹੋਣੀ ਚਾਹੀਦੀ ਹੈ। ਪਹਿਲੀ ਚੀਜ਼ ਤਾਂ ਇਹ ਕਿ ਜਿਹੜੀ ਵੀ ਬਿਮਾਰੀ ਲੱਗੀ ਉਹ ਸਾਬਤ ਕਰਨੀ ਪਵੇਗੀ। ਠੀਕ ਹੋ ਗਿਆ ਜੀ। ਸਾਬਤ ਕਰਨੀ ਪਵੇਗੀ ਔਰ ਉਹ ਬਿਮਾਰੀ ਦੀ ਹਕੀਕਤ ਵੀ ਹੋਣੀ ਚਾਹੀਦੀ, ਯਾਨੀ ਕਿ ਉਹਦੀ ਗ੍ਰੈਵਿਦਾਦ ਹੋਵੇ ਹੈ ਮਤਲਬ ਕਿ ਉਹ ਤੁਹਾਡੀ ਉਹ ਬੰਦੇ ਦੀ ਸਿਹਤ ਨੂੰ, ਬੰਦੇ ਦੀ ਜ਼ਿੰਦਗੀ ਨੂੰ ਖਤਰਾ ਹੋਵੇ ਉਸ ਬਿਮਾਰੀ ਨਾਲ ਹੈ, ਉਹ ਸਾਬਤ ਕਰਨਾ ਪਵੇਗਾ। ਠੀਕ ਹੈ ਜੀ। ਔਰ ਦੂਸਰੀ ਚੀਜ਼ ਜਿਹੜੀ ਸਾਬਤ ਕਰਨੀ ਪਵੇਗੀ ਉਹ ਹੈ ਕਿ ਉਸ ਬਿਮਾਰੀ ਦੀ ਵਜ੍ਹਾ ਤੋਂ ਉਹਨੂੰ ਉਸ ਬਹੁਤ ਜਲਦੀ ਅਸਿਸਟੈਂਸੀਆ ਸੈਨੀਟਾਰੀਆ ਚਾਹੀਦਾ। ਮਤਲਬ ਹੈ ਕਿ ਉਹਨੂੰ ਜਿੰਨੀ ਜਲਦੀ ਉਹਨੂੰ ਟ੍ਰੀਟਮੈਂਟ ਹੋ ਜਾਏ ਉਤਨਾ ਹੀ ਉਹਦੀ ਜ਼ਿੰਦਗੀ ਵਾਸਤੇ ਬਿਹਤਰ। ਔਰ ਇਸ ਦੇ ਨਾਲ ਹੈ ਕਿ ਅਗਰ ਉਸ ਦਾ ਇਲਾਜ ਨਾ ਕੀਤਾ ਗਿਆ ਤਾਂ ਉਹਦੀ ਜ਼ਿੰਦਗੀ ਨੂੰ ਖਤਰਾ ਹੋਵੇਗਾ। ਠੀਕ ਹੈ ਜੀ। ਪਹਿਲੀ ਚੀਜ਼ ਤਾਂ ਹੈ ਕਿ ਬਿਮਾਰੀ ਸਖਤ ਲੱਗੀ ਹੋਵੇ ਔਰ ਉਹ ਸਾਬਤ ਕੀਤੀ ਹੋਵੇ। ਦੂਸਰੀ ਚੀਜ਼ ਹੈ ਕਿ ਅਗਰ ਉਸ ਬਿਮਾਰੀ ਨੂੰ ਟ੍ਰੀਟ ਨਾ ਕੀਤਾ ਗਿਆ ਤੇ ਯਾਨੀ ਕਿ ਉਹਨੂੰ ਫੌਰੀ ਤੌਰ ਤੇ ਇਲਾਜ ਦੀ ਜ਼ਰੂਰਤ ਹੈ, ਅਗਰ ਇਲਾਜ ਨਾ ਕੀਤਾ ਗਿਆ ਤੇ ਉਸਦੀ ਜ਼ਿੰਦਗੀ ਨੂੰ ਖਤਰਾ ਹੋਵੇਗਾ। ਤੀਸਰੀ ਚੀਜ਼ ਜਿਹੜੀ ਸਾਬਤ ਕਰਨੀ ਪੈਂਦੀ ਉਹ ਹੈ ਕਿ ਇਹ ਬਿਮਾਰੀ ਦਾ ਇਲਾਜ ਉਹਦੇ ਓਰੀਜਨਲ ਕੰਟਰੀ 'ਚ ਨਹੀਂ। ਅਗਰ ਪਾਕਿਸਤਾਨੀ ਨੇ ਤਾਂ ਪਾਕਿਸਤਾਨ 'ਚ ਦਾ ਇਲਾਜ ਬਹੁਤ ਮੁਸ਼ਕਲ ਹੈ, ਯਾਨੀ ਕਿ ਔਰ ਅਗਰ ਇੰਡੀਅਨ ਨੇ ਤਾਂ ਉੱਥੇ ਵੀ ਦਾ ਇਲਾਜ ਬਹੁਤ ਔਖਾ ਹੈ, ਮੁਸ਼ਕਲ ਹੈ, ਉਹ ਨਹੀਂ ਹੋ ਸਕਦਾ ਇਲਾਜ, ਜਿਹਦੀ ਵਜ੍ਹਾ ਤੋਂ ਫਿਰ ਉਹ ਇਸ ਮੁਲਕ ਵਿੱਚ ਇਲਾਜ ਕਰਾਉਣਾ ਚਾਹੁੰਦਾ ਹੈ। ਠੀਕ ਹੋ ਗਿਆ। ਤਾਂ ਇਹ ਚੀਜ਼ਾਂ ਹੋ ਗਈਆਂ। ਚੌਥੀ ਜਿਹੜੀ ਚੀਜ਼ ਹੈ ਉਹ ਜਦੋਂ ਤੁਸੀਂ ਪੇਪਰ ਜਮ੍ਹਾਂ ਕਰਾਓਗੇ ਤੇ ਉਹਦੇ ਨਾਲ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਤੁਸੀਂ ਡਾਕਟਰ ਦਾ ਸਰਟੀਫਿਕੇਟ ਲਾਉਣਾ, ਜਿਹਦੇ ਵਿੱਚ ਉਹ ਸਰਟੀਫਿਕੇਟ ਵਿੱਚ ਉਸ ਬਿਮਾਰੀ ਦੀ ਕਰੈਕਟਰਿਸਟਿਕ ਲਿਖੀਆਂ ਹੋਣ ਹੈ ਔਰ ਪੂਰੀ ਡਿਟੇਲ ਹੋਵੇ ਕਿ ਕਿਹੜੀ ਕਿਸਮ ਦੀ ਬਿਮਾਰੀ ਹੈ ਔਰ ਅਗਰ ਇਸ ਦਾ ਇਲਾਜ ਨਾ ਕੀਤਾ ਗਿਆ ਤਾਂ ਇਹਦੇ ਬੰਦੇ ਨਾਲ ਕੀ ਹੋ ਸਕਦਾ, ਇਹਦੇ ਕੌਨਸੀਕੁਐਂਸਿਸ ਕੀ ਹੋ ਸਕਦੇ ਨੇ ਹੈ ਔਰ ਇਹ ਕਿਸ ਤਰੀਕੇ ਨਾਲ ਇਹਦਾ ਇਲਾਜ ਹੋਵੇਗਾ, ਕਿੰਨੇ ਚਿਰ ਦਾ ਇਲਾਜ ਹੋਵੇਗਾ, ਯਾਨੀ ਕਿ ਸਾਰੀ ਡਿਟੇਲ ਉਸ ਬਿਮਾਰੀ ਦੀ ਲਿਖੀ ਹੋਵੇਗੀ ਹੈ। ਬਿਮਾਰੀ ਦੀ ਤਫਸੀਲ ਲਿਖੀ ਹੋਵੇਗੀ। ਅੱਗੋਂ ਤੁਸੀਂ ਸਮਝ ਗਏ ਕਿ ਫਿਰ ਛੋਟੀ ਮੋਟੀ ਬਿਮਾਰੀ ਨਹੀਂ ਹੁੰਦੀ ਹੈ, ਕਿਸੇ ਨੂੰ ਛੋਟੀ ਮੋਟੀ ਬਿਮਾਰੀ ਲੱਗ ਗਈ ਉਹਦੀ ਤਾਂ ਜ਼ਿੰਦਗੀ ਦਾ ਖਤਰਾ ਨਹੀਂ ਤਾਂ ਉਸਦੀ ਬੇਸ ਤੇ ਨਹੀਂ ਦੇਣਗੇ। ਉਸ ਤੋਂ ਬਾਅਦ ਜਿਹੜਾ ਮੇਨ ਚੀਜ਼ ਇੰਪੋਰਟੈਂਟ ਪੁਆਇੰਟ ਹੈ ਵੇ ਕਿ ਇਹ ਜਿਹੜਾ ਵੀ ਕਾਰਡ ਦੇਣਗੇ ਉਹਦੇ 'ਤੇ ਤੁਸੀਂ ਕੰਮ ਨਹੀਂ ਕਰ ਸਕਦੇ। ਪਹਿਲਾਂ ਜਿਹੜਾ ਤੁਹਾਨੂੰ ਕਾਰਡ ਦੇਣਗੇ ਉਹਦੇ 'ਤੇ ਤੁਸੀਂ ਸਿਰਫ ਸਪੇਨ ਦੇ ਵਿੱਚ ਰਹਿ ਸਕਦੇ ਹੋ, ਸਪੇਨ ਦੇ ਵਿੱਚ ਰਹਿ ਕੇ ਆਪਣਾ ਇਲਾਜ ਕਰਾ ਸਕਦੇ ਹੋ, ਲੇਕਿਨ ਤੁਸੀਂ ਕੰਮ ਨਹੀਂ ਕਰ ਸਕਦੇ। ਕੰਮ ਵਾਸਤੇ ਤੁਹਾਨੂੰ ਕੀ ਕਰਨਾ ਪਵੇਗਾ? ਕੰਮ ਵਾਸਤੇ ਫਿਰ ਤੁਹਾਨੂੰ ਜਦੋਂ ਇੱਕ ਵਾਰੀ ਤੁਹਾਨੂੰ ਇਹ ਕਾਰਡ ਲੱਭ ਗਿਆ ਤੇ ਉਸ ਤੋਂ ਬਾਅਦ ਤੁਸੀਂ ਫਿਰ ਇਹ ਕਾਰਡ ਲੈ ਕੇ ਜਾ ਕੇ ਫਿਰ ਕੱਲ੍ਹ ਨੂੰ ਤੁਸੀਂ ਕੰਮ ਦਾ ਕੋਈ ਕੰਟਰੈਕਟ ਢੂੰਢ ਕੇ ਜਾਂ ਫਿਰ ਵੀ ਤੁਸੀਂ ਮੁਤਲਕਾ ਐਕਸਨਹੇਰੀਆ ਦੇ ਸਾਹਮਣੇ ਜਾਓਗੇ, ਆਖੋਗੇ ਕਿ ਠੀਕ ਹੈ ਮੇਰੇ ਕੋਲ ਪਹਿਲੇ ਕਾਰਡ ਸੀ, ਹੁਣ ਮੈਂ ਕੰਮ ਨਾਲ ਕਰਨਾ ਚਾਹ ਰਿਹਾ ਜਾਂ ਮੇਰੀ ਅੱਗੇ ਨਾਲੋਂ ਸਿਹਤ ਬਿਹਤਰ ਹੈ ਤੇ ਹੁਣ ਮੈਂ ਕੰਮ ਥੋੜ੍ਹਾ ਜਿਹਾ ਕਰ ਸਕਦਾ ਤਾਂ ਮੈਨੂੰ ਕੋਈ ਕੰਟਰੈਕਟ ਤੇ ਕੰਮ ਦਾ ਤੇ ਲੱਗਦਾ ਮੈਨੂੰ ਕੰਮ ਦੀ ਇਜਾਜ਼ਤ ਦਿੱਤੀ ਜਾਏ, ਉਹ ਇਹ ਤਰੀਕਾਕਾਰ ਹੁੰਦਾ ਹੈ। ਠੀਕ ਹੋ ਗਿਆ ਜੀ। ਇਹ ਸਾਰੀ ਤਫਸੀਲ ਹੈ। ਇੰਪੋਰਟੈਂਟ ਚੀਜ਼ ਹੈ ਕਿ ਮੈਡੀਕਲ ਸਰਟੀਫਿਕੇਟ ਹੋਣਾ ਚਾਹੀਦਾ ਜਿਹਦੇ 'ਚ ਤਫਸੀਲਾਤ ਲਿਖੀ ਹੋਣ ਹੈ। ਬਿਮਾਰੀ ਛੋਟੀ ਮੋਟੀ ਨਹੀਂ, ਤਗੜੀ ਬਿਮਾਰੀ ਹੋਣੀ ਚਾਹੀਦੀ ਜਿਹਦੀ ਬੇਸ 'ਤੇ ਅਗਰ ਉਸਦਾ ਇਲਾਜ ਨਾ ਕੀਤਾ ਗਿਆ ਤਾਂ ਉਸਦੀ ਜ਼ਿੰਦਗੀ ਨੂੰ ਖਤਰਾ ਹੋਵੇਗਾ। ਇਹ ਸਾਰੀ ਤਫਸੀਲ ਹੈ। ਬਾਕੀ ਜਿੱਥੇ ਵੀ ਰਹੋ, ਜੀਂਦੇ ਵਾਸਤੇ ਰਹੋ, ਆਬਾਦ ਰਹੋ। ਅੱਲਾ ਹਾਫਿਜ਼।